किरण बेदी ਉਹਨਾਂ ਦੇ ਵੱਲੋਂ ਇੱਕ ਟਿੱਪਣੀ ਕੀਤੀ ਗਈ। ਟਿੱਪਣੀ ਵੀ ਸਿੱਖਾਂ ਤੇ ਕੀਤੀ ਗਈ, ਵਿਵਾਦਿਤ ਕੀਤੀ ਗਈ। अभी बजे हैं पूरे 30 मिनट कम 12, तो पूरे 12 बजे समाप्त। वो सरदार जी नहीं है। कितने सरदार जी? दो, एक ही बड़े जनरल सरदार जी। ਉਹਨਾਂ ਦੀ ਹੁਣ ਤੱਕ ਪ੍ਰਸ਼ੰਸਾ ਹੀ ਹੁੰਦੀ ਆਈ ਸੀਗੀ, ਪਰ ਉਹਨਾਂ ਨੇ ਇਹ ਬਿਆਨ ਦਿੱਤਾ, ਕਹਿੰਦੇ ਸਿੱਖਾਂ ਦੇ 12 ਵੱਜ ਗਏ, ਕੋਈ ਸਿੱਖ ਭਾਈਚਾਰੇ ਦਾ ਬੰਦਾ ਤਾਂ ਨਹੀਂ ਬੈਠਾ। ਕਟਾਕਸ਼ ਉਹਨਾਂ ਨੇ ਕੀਤਾ, ਤੰਜ ਕਸਿਆ, ਜਾਣਬੁੱਝ ਕੇ ਟਿੱਪਣੀ ਕੀਤੀ। 12 ਕੁ ਵੱਜ ਗਏ ਆ। ਕਿਤਾਬਾਂ ਰਾਤ ਦੇ 12 ਵਜੇ ਰਿਲੀਜ਼ ਕਰਦੇ, ਦਿਨ ਵੀ ਕਰ ਸਕਦੇ ਆ। ਸਮਝ ਨਹੀਂ ਆਉਂਦੀ ਵੀ 12 ਵਜੇ ਤੋਂ ਬਾਅਦ ਇਹਨਾਂ ਕੋਲ ਕੀ ਇਹੋ ਜਿਹਾ ਗੁਣ ਆ ਗਿਆ। ਉਹ ਤਾਂ ਰਸੋਈ 'ਚ ਬੈਠੇ ਤੇ ਕਕਰੋਚ ਤੋਂ ਡਰਦੇ ਆ। ਜੇ ਕਕਰੋਚ ਨਿਕਲਿਆ ਹੋਵੇ ਨਾ, ਇਹ ਪੱਕੀ ਗੱਲ ਹੈ ਵੀ ਕਿਰਨ ਬੇਦੀ ਰਸੋਈ 'ਚ ਹੋਵੇ, ਉਧਰੋਂ ਆ ਜੇ ਕਕਰੋਚ ਤੇ ਚੀਕਾਂ ਨਿਕਲ ਜਾਣਗੀ। ਤੇ ਟਿੱਪਣੀ ਕਰਦੀ ਹੈ ਵੀ ਸਰਦਾਰ ਜੀ ਕਿਤੇ ਬੈਠੇ ਤਾਂ ਨਹੀਂ, ਕੋਈ ਸਿੱਖ ਤਾਂ ਨਹੀਂ ਬੈਠੇ। ਜਦੋਂ ਵਿਰੋਧ ਹੋਇਆ, ਹੁਣ ਕਹਿੰਦੇ ਮੈਂ ਇਸ ਤਰ੍ਹਾਂ ਨਹੀਂ ਸੀ ਕਿਹਾ, ਉਸ ਤਰ੍ਹਾਂ ਨਹੀਂ ਸੀ ਕਿਹਾ, ਮੈਨੂੰ ਮਾਫੀ ਦੇ ਦੇ। ਮੈਨੂੰ ਨਹੀਂ, ਕਾਹਦੀ ਮਾਫੀ? ਤੂੰ ਨਿਆਣੀ ਆ, ਤੈਨੂੰ ਇਹਨੂੰ ਮਾਫੀ ਦੇ ਦਈਏ? ਕੋਈ ਅਨਪੜ੍ਹ ਔਰਤਾਂ ਪੜ੍ਹੀ ਲਿਖੀਆਂ ਲਲਕਰੇ ਮਾਰਿਆ, ਫੁਕਾਰੇ ਮਾਰਿਆ ਹੁਣ ਤੱਕ। ਨਹੀਂ, ਜਿਹੜੀ 12 ਵਜੇ ਦੀ ਗੱਲ ਹੈਗੀ, ਹਾਂ, 12 ਵਜੇ ਦੇ ਇਤਿਹਾਸ ਇਹ ਹੈ। ਅਹਿਮਦ ਸ਼ਾਹ ਅਬਦਾਲੀ ਤੇ ਨਾਦਰ ਸ਼ਾਹ ਹੋਰੀ ਆਏ ਸੀ। ਉਦੋਂ ਗੁਰੂ ਦੀ ਕਿਰਪਾ ਨਾਲ, ਗੁਰੂ ਗੋਬਿੰਦ ਸਿੰਘ ਦੀ ਸੋਚ ਦੇ ਨਾਲ ਪੰਜਾਬ ਦੇ ਵਿੱਚ ਸਿੱਖੀ ਹਥਿਆਰਬੰਦ ਹੋ ਗਈ। ਉਹ ਸਿੱਖ ਕੀ ਕਰਦੇ ਸੀ ਵੀ ਜਦੋਂ ਉਹ ਅਯਾਸ਼ੀ ਕਰਦੇ, ਤੇ ਜਿਹੜਾ ਬੰਦਾ ਅਯਾਸ਼ੀ ਕਰਦਾ ਹੁੰਦਾ, ਸ਼ਰਾਬ ਪੀਂਦਾ ਹੁੰਦਾ, ਉਹ 12-1 ਵਜੇ ਦੇ ਕਰੀਬ ਫਿਰ ਡਿੱਗਦਾ ਆਪਦਾ, ਥੱਕ ਕੇ ਹਾਰ ਕੇ ਅਯਾਸ਼ੀ ਕਰਕੇ। ਤੇ ਜਦੋਂ ਥੱਕ ਹਾਰ ਕੇ ਡਿੱਗਦੇ, ਉਹਨਾਂ ਦੇ ਕੈਂਪ ਦੇ ਉੱਤੇ ਸਿੰਘ ਹਮਲਾ ਕਰ ਦਿੰਦੇ। ਨਾਲੇ ਤਾਂ ਵੜਦੇ ਉਹਨਾਂ ਦਾ ਸਿਰ, ਨਾਲੇ ਜਿਹੜੀਆਂ ਜਨਾਨੀਆਂ 20-30 ਹਜ਼ਾਰ ਉਹ ਲੈ ਕੇ ਜਾਂਦੇ ਤੇ ਧੱਕੇ ਨਾਲ, ਤੇ ਉਹ ਛੜਾ ਕੇ ਲਿਆਉਂਦੇ ਤੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਬਾਇਜ਼ਤ ਦੇ ਕੇ ਆਉਂਦੇ। ਤੇ ਇਹ ਗੱਲ ਮੁਗਲਾਂ ਦੇ ਵਿੱਚ ਨਹੀਂ, ਨਾਦਰ ਸ਼ਾਹ ਅਬਦਾਲੀ ਤੇ ਅਹਿਮਦ ਸ਼ਾਹ ਵਰਗਿਆਂ ਦੇ, ਦੁਰਾਨੀ ਵਰਗਿਆਂ ਦੇ ਮੂੰਹ ਤੇ ਚੜ੍ਹ ਗਈ ਵੀ ਬਈ 12 ਵੱਜ ਗਏ, ਸਿੱਖਾਂ ਦੇ 12 ਵੱਜ ਗਏ, ਵੀ ਆਏ ਲਓ। ਇਹ ਸੀ ਤਾਂ ਸਿੱਖਾਂ ਦੇ 12 ਵੱਜ ਗਏ ਇਸ ਤਰ੍ਹਾਂ ਆਉਣਾ। ਹਿੰਦੁਸਤਾਨ ਦੇ ਵਿੱਚ ਜਿਹੜੇ ਵਿਹਲੜ ਲੋਕ ਨੇ, ਜਿਨ੍ਹਾਂ ਨੇ ਜ਼ਿੰਦਗੀ 'ਚ ਕਦੇ ਕੰਮ ਨਹੀਂ ਕੀਤਾ, ਜਿਹੜੇ ਦੂਜਿਆਂ ਦੇ ਗੁਣਾਂ ਦਾ ਗੁਣ ਨਹੀਂ ਮੰਨਦੇ, ਇਹਨਾਂ ਨੇ ਟੀਚਰ ਬਣਾ ਲਈ। ਆਜ਼ਾਦੀ ਦੀ ਰਾਖੀ ਕੀਤੀ ਹੈ, ਇਨਸਾਨੀਅਤ ਦੀ ਰਾਖੀ ਕੀਤੀ ਹੈ ਕਿ ਜਿਸਮ ਫਰੋਸ਼ੀ ਕੀਤੀ ਹੈ। ਇਹੋ ਜਿਹੀਆਂ ਸਿਰਮੁੰਨੀਆਂ ਨਾ, ਇਹੋ ਜਿਹੀਆਂ ਬਕਵਾਸ ਕਰਨਾ ਬੰਦ ਕਰਨ। ਜੇ ਇਹਨਾਂ ਨੂੰ ਜ਼ਿਆਦਾ ਗਿਆਨ ਹੈ ਤੇ ਕਿਸੇ ਦਿਨ ਬਹਿਸ ਕਰਨ ਤੇ ਇਹਨਾਂ ਨੂੰ ਦੱਸਿਆ ਜਾਵੇ ਇਤਿਹਾਸ ਕੀ ਹੈ ਤੇ ਇਤਿਹਾਸ ਵਿੱਚ ਤੁਹਾਡਾ ਰੋਲ ਕੀ ਹੈ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਰਣਬੀਰ ਸਿੰਘ ਰਾਣਾ। ਕਿਰਨ ਬੇਦੀ ਜਿਹੜੇ ਪੌਂਡੋਚੇਰੀ ਦੇ ਸਾਬਕਾ ਰਾਜਪਾਲ, ਸਾਬਕਾ IPS ਅਧਿਕਾਰੀ ਤੇ ਪਹਿਲੀ ਔਰਤ IPS ਹੋਣ ਦਾ ਵੀ ਉਹਨਾਂ ਨੂੰ ਮਾਣ ਹਾਸਲ ਹੈ, ਪਰ ਉਹਨਾਂ ਦੇ ਵੱਲੋਂ ਇੱਕ ਟਿੱਪਣੀ ਕੀਤੀ ਗਈ। ਟਿੱਪਣੀ ਵੀ ਸਿੱਖਾਂ ਤੇ ਕੀਤੀ ਗਈ, ਵਿਵਾਦਿਤ ਕੀਤੀ ਗਈ। ਇੱਕ ਕਿਤਾਬ ਜਿਹੜੀ ਹੈ ਕਿਰਨ ਬੇਦੀ ਦੇ ਵੱਲੋਂ ਰਿਲੀਜ਼ ਕੀਤੀ ਜਾ ਰਹੀ ਸੀਗੀ ਚੇਨਈ ਦੇ ਵਿੱਚ, ਤੇ ਕਿਤਾਬ ਦਾ ਨਾਮ ਸੀ ਫੀਅਰਲੈਸ ਗਵਰਨੈਂਸ। ਇਸ ਦੌਰਾਨ ਜਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਆਉਂਦੇ ਨੇ ਜਿਹੜੇ ਲੋਕ ਉੱਥੇ ਮੌਜੂਦ ਹੁੰਦੇ ਨੇ, ਤਾਂ ਉਹ ਕਹਿੰਦੇ ਨੇ ਕਿ ਹਾਲੇ 12 ਵੱਜਣ ਦੇ ਵਿੱਚ 20 ਮਿੰਟ ਬਾਕੀ ਨੇ, ਤੇ ਜਦੋਂ 12 ਵੱਜਣਗੇ ਅਸੀਂ ਕਿਤਾਬ ਉਦੋਂ ਰਿਲੀਜ਼ ਕਰਾਂਗੇ। ਫਿਰ ਨਾਲ ਹੀ ਕਹਿ ਦਿੰਦੇ ਨੇ ਕਿ ਕੋਈ ਸਿੱਖ ਤਾਂ ਨਹੀਂ ਬੈਠਾ। ਸਿੱਧੇ ਤੌਰ ਤੇ ਜਿਹੜੀ ਟਿੱਪਣੀ ਹੈ ਉਹ ਸਿੱਖ ਭਾਈਚਾਰੇ ਤੇ ਕੀਤੀ ਜਾਂਦੀ ਹੈ। ਤੇ ਸਾਡੇ ਨਾਲ ਬਾਪੂ ਬਲਕੌਰ ਸਿੰਘ ਨੇ। ਬਾਪੂ ਜੀ, ਕਿਰਨ ਬੇਦੀ ਨੂੰ ਬੱਚਾ ਜਾਣਦਾ ਦੇਸ਼ ਦਾ, ਤੇ ਉਹਨਾਂ ਦੀ ਹੁਣ ਤੱਕ ਪ੍ਰਸ਼ੰਸਾ ਹੀ ਹੁੰਦੀ ਆਈ ਸੀਗੀ, ਪਰ ਉਹਨਾਂ ਨੇ ਇਹ ਬਿਆਨ ਦਿੱਤਾ, ਕਹਿੰਦੇ ਸਿੱਖਾਂ ਦੇ 12 ਵੱਜ ਗਏ, ਕੋਈ ਸਿੱਖ ਭਾਈਚਾਰੇ ਦਾ ਬੰਦਾ ਤਾਂ ਨਹੀਂ ਬੈਠਾ। ਕਟਾਕਸ਼ ਉਹਨਾਂ ਨੇ ਕੀਤਾ, ਤੰਜ ਕਸਿਆ, ਜਾਣਬੁੱਝ ਕੇ ਟਿੱਪਣੀ ਕੀਤੀ। ਜਦੋਂ ਵਿਰੋਧ ਹੋਇਆ, ਹੁਣ ਕਹਿੰਦੇ ਮੈਂ ਇਸ ਤਰ੍ਹਾਂ ਨਹੀਂ ਸੀ ਕਿਹਾ, ਉਸ ਤਰ੍ਹਾਂ ਨਹੀਂ ਸੀ ਕਿਹਾ, ਮੈਨੂੰ ਮਾਫੀ ਦੇ ਦੇ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੇਖੋ ਬੇਟੇ, ਇਸ ਤਰ੍ਹਾਂ ਹੈ ਵੀ ਜਿਹੜੀ ਕਿਰਨ ਬੇਦੀ ਹੈ, ਪੜ੍ਹੀ ਲਿਖੀ ਬੀਬੀ ਹੈ, ਬਿਲਕੁਲ IPS ਕੀਤਾ ਜੀ, ਸਰਕਾਰੀ ਨੌਕਰੀ ਕੀਤੀ ਹੈ, ਬਿਲਕੁਲ। ਫਿਰ ਸਿਆਸਤ ਦਾ ਚਸਕਾ ਪੈ ਗਿਆ ਤੇ ਦਿੱਲੀ ਦੇ ਧਰਨਿਆਂ 'ਚ ਵੀ ਬਹਿਣ ਲੱਗ ਗਈ ਕੇਜਰੀਵਾਲ ਨਾਲ। ਇੱਕ ਹੋਰ ਸੀ ਅੰਨਾ ਹਜ਼ਾਰੇ, ਗਾਂਧੀ ਦਾ ਰੂਪ ਬਣ ਕੇ ਆਇਆ ਹੋਇਆ ਸੀ। ਉਹਦੇ ਵਿੱਚੋਂ ਕੇਜਰੀਵਾਲ ਸਾਹਿਬ ਨੇ ਆਪਣੀ ਪਾਰਟੀ ਬਣਾ ਲਈ ਤੇ ਇਹ BJP ਦੇ ਨਾਲ ਰਲ ਕੇ ਤੇ ਪੌਂਡੀਚੇਰੀ ਦੀ ਜਿਹੜੀ ਰਾਜਪਾਲ ਬਣ ਗਈ, ਗਵਰਨਰ ਬਣ ਗਈ। ਬਸ ਵੈਸੇ ਕਿ ਅਦਰਵਾਈਜ਼ ਵੇਖਿਆ ਜਾਵੇ ਵੀ ਜਦੋਂ ਕਿਸੇ ਬੰਦੇ ਨੂੰ ਰਾਸ਼ਟਰਪਤੀ ਬਣਾਇਆ ਜਾਂਦਾ ਹੈ ਤੇ ਗਵਰਨਰ ਬਣਾਇਆ ਜਾਂਦਾ ਹੈ, ਜਿਹੜਾ ਰਾਸ਼ਟਰਪਤੀ ਬਣਾਇਆ ਜਾਂਦਾ ਉਹ ਤਾਂ ਪਤੀ ਵੀ ਨਹੀਂ ਰਹਿੰਦਾ। ਰਾਸ਼ਟਰਪਤੀ ਦਾ ਉਹ ਬਣਾਇਆ ਜਾਂਦਾ ਜਿਹੜਾ ਪਤੀ ਵੀ ਨਹੀਂ ਰਹਿੰਦਾ,
ਪਾਵਰ ਕੋਈ ਨਹੀਂ ਹੁੰਦੀ। ਪਾਵਰ ਕੋਈ ਨਹੀਂ ਹੁੰਦੀ ਤੇ ਉਹਨੂੰ ਰਾਜਨੀਤੀ ਚੋਂ ਬਾਹਰ ਕੱਢਣ ਦਾ ਇੱਕ ਦਰਵਾਜ਼ਾ ਖੋਲ ਦਿੱਤਾ ਜਾਂਦਾ ਵੀ ਤੂੰ ਇਧਰਲੇ ਪਾਸੇ ਦੀ ਦਫਾ ਹੋ ਜਾ। ਇਸੇ ਤਰ੍ਹਾਂ ਹੀ ਗਵਰਨਰ ਹੁੰਦੇ ਆ ਵੀ ਰਾਜਨੀਤੀ ਦੇ ਵਿੱਚ ਇਹਨਾਂ ਨੂੰ ਬਾਹਰ ਕੱਢ ਦਿਓ, ਜੋ ਇਹਨਾਂ ਨੇ ਕੰਮ ਕਰਨਾ ਸੀ ਜਾਂ ਇਹਨਾਂ ਤੋਂ ਲੈ ਲਿਆ, ਹੁਣ ਕਾਫੀ ਹੈ। ਉਹ ਜਾਂਦੀ ਜਾਂਦੀ ਉਹਨੇ ਇੱਕ ਆਪਣੀ ਕਿਤਾਬ ਵੀ ਰਿਲੀਜ਼ ਕਰਦੀ ਹੈ। 12 ਕੁ ਵੱਜ ਗਏ ਆ, ਕਿਤਾਬਾਂ ਰਾਤ ਦੇ 12 ਵਜੇ ਰਿਲੀਜ਼ ਕਰਦੇ, ਦਿਨੇ ਵੀ ਕਰ ਸਕਦੇ ਆ। ਸਮਝ ਨਹੀਂ ਆਉਂਦੀ ਵੀ 12 ਵਜੇ ਤੋਂ ਬਾਅਦ ਇਹਨਾਂ ਕੋਲ ਕੀ ਇਹੋ ਜਿਹਾ ਗੁਣ ਆ ਗਿਆ। ਉਹ ਤਾਂ ਰਸੋਈ 'ਚ ਬੈਠੇ ਤੇ ਕਕਰੋਚ ਤੋਂ ਡਰਦੇ ਆ। ਜੇ ਕਕਰੋਚ ਨਿਕਲਿਆ ਹੋਵੇ ਨਾ, ਇਹ ਪੱਕੀ ਗੱਲ ਹੈ ਵੀ ਕਿਰਨ ਬੇਦੀ ਦੀ ਰਸੋਈ 'ਚ ਹੋਵੇ, ਉਧਰੋਂ ਆ ਜੇ ਕਕਰੋਚ ਤੇ ਚੀਕਾਂ ਨਿਕਲ ਜਾਣਗੀਆਂ ਜੀ। ਹਾਂ, ਤੇ ਟਿੱਪਣੀ ਕਰਦੀ ਹੈ ਵੀ ਸਰਦਾਰ ਜੀ ਕਿਤੇ ਬੈਠੇ ਤਾਂ ਨਹੀਂ, ਕੋਈ ਸਿੱਖ ਤਾਂ ਨਹੀਂ ਬੈਠੇ, 12 ਵਜ ਗਏ। ਇਹ ਵੈਸੇ ਪੰਜਾਬ ਨਾਲ ਸੰਬੰਧਿਤ ਹੈ, ਬੇਦੀ ਨਾਮ ਵੀ ਜਿਹੜਾ ਇਹ ਬਿਲਕੁਲ ਬਿਲੇ ਇਹ ਗੁਰੂ ਨਾਨਕ ਦੇਵ ਜੀ ਬੇਦੀ ਕੁਲ ਵਿੱਚ ਪੈਦਾ ਹੋਏ ਸੀ ਜੀ। ਤੇ ਬੇਦੀ ਇਹਨਾਂ ਦਾ ਵੀ ਕੁਲ ਖਾਨਦਾਨ ਹੈ। ਜਿਹੜੇ ਬੇਦੀ ਕੁਲ ਵਿੱਚ ਜੰਮ ਕੇ ਵੀ ਜੀ ਨੂੰ ਇਹ ਨਹੀਂ ਪਤਾ ਵੀ ਸਰਦਾਰ ਦੇ 12 ਕਿਵੇਂ ਵੱਜਦੇ ਆ ਤੇ ਲੱਖ ਲਾਣਤੇ ਦੇ। ਮੈਂ ਸਮਝਦਾ ਵੀ ਇਹ ਜੀ ਔਰਤ ਦੀ ਤਾਂ ਦਰਸ਼ਨ ਮਾਫੀ ਕੀਤਾ ਦੇ ਦਿਓ ਮੈਨੂੰ। ਨਹੀਂ, ਕਾਹਦੀ ਮਾਫੀ, ਤੂੰ ਨਿਆਣੀ ਆ, ਤੈਨੂੰ ਇਹਨੂੰ ਮਾਫੀ ਦੇ ਦਈਏ। ਕੋਈ ਅਨਪੜ੍ਹ ਔਰਤ ਹੈ, ਕੋਈ ਤੂੰ ਅਣਭੋਲ ਔਰਤ ਹੈ, ਪੜ੍ਹੀ ਲਿਖੀ ਹੈ, ਲਲਕਰੇ ਮਾਰਿਆ, ਫੁਕਾਰੇ ਮਾਰਿਆ ਹੁਣ ਤੱਕ, ਚੰਗਾ ਖਾਦਾ, ਚੰਗਾ ਪੀਤਾ, ਇਹਦਾ ਪ੍ਰਭਾਵ ਕੀ ਹੈ ਸਮਾਜ ਤੇ? ਕੋਈ ਪ੍ਰਭਾਵ ਨਹੀਂ, ਮੈਨੂੰ ਤਾਂ ਨਜ਼ਰ ਨਹੀਂ ਆਇਆ। ਦੱਸੇ ਪਤਾ ਲੱਗੇ ਨਾ, ਹੁਣ ਮਾਫੀ ਕਾਹਦੀ, ਤੂੰ ਪਹਿਲਾਂ ਹੀ ਸੋਚ ਕੇ ਬੋਲ। ਨਹੀਂ, ਜਿਹੜੀ 12 ਵਜੇ ਦੀ ਗੱਲ ਹੈਗੀ ਹਾਂ, 12 ਵਜੇ ਦੇ ਇਤਿਹਾਸ ਇਹ ਹੈ, ਕਮਾਲ ਦੀ ਗੱਲ ਤਾਂ ਇਹ ਹੈ, ਹਿੰਦੁਸਤਾਨ ਦੇ ਵਿੱਚ 712 ਈਸਵੀ ਤੋਂ ਲੈ ਕੇ ਜੀ ਬਾਹਰਲੇ ਹਮਲੇ ਹੁੰਦੇ ਰਹੇ ਤੇ ਹਿੰਦੁਸਤਾਨ ਦੇ ਲੋਕਾਂ ਨੇ ਰੋਕ ਨਹੀਂ ਸਕੇ। 712 ਈਸਵੀ ਵਿੱਚ ਮੁਹੰਮਦ ਬਿਨ ਕਾਸਿਮ ਆਇਆ, ਉਹਨੇ ਸਿੰਧ ਜਿੱਤ ਲਿਆ। ਅਹਿਮਦ ਸ਼ਾਹ ਅਬਦਾਲੀ ਤੇ ਨਾਦਰ ਸ਼ਾਹ ਹੋਰੀ ਆਏ ਸੀ। ਉਦੋਂ ਗੁਰੂ ਦੀ ਕਿਰਪਾ ਨਾਲ, ਗੁਰੂ ਗੋਬਿੰਦ ਸਿੰਘ ਦੀ ਸੋਚ ਦੇ ਨਾਲ ਪੰਜਾਬ ਦੇ ਵਿੱਚ ਸਿੱਖੀ ਹਥਿਆਰਬੰਦ ਹੋ ਗਈ। ਜਿਹੜਾ ਸਿੱਖ ਸੀ ਸ਼ਸਤਰਧਾਰੀ ਹੋ ਗਈ। ਉਦੋਂ ਪਹਿਲਾਂ ਪੰਜਾਬ ਹੈ ਜਿਹੜਾ, ਨਾ ਤਾਂ ਇਹਦੀ ਮੁੱਛ ਕਿਸੇ ਕਾਬਲ ਸੀ ਤੇ ਕੁੱਤੇ ਦੀ ਪੂਛ ਨਾਲੋਂ ਭੈੜੇ ਸੀ। ਬਾਹਰੋਂ 10,000 ਬੰਦਾ ਆ ਗਿਆ, ਉਹ ਵੀ ਇਹਨੂੰ ਲੁੱਟ ਕੇ ਲੈ ਜਾਂਦਾ ਸੀ। 5 ਲੈ ਕੇ ਜਾਂਦਾ, ਉਹ ਵੀ ਲੁੱਟ ਕੇ ਲੈ ਜਾਂਦਾ ਸੀ। ਤੁਸੀਂ ਹੈਰਾਨ ਮੰਨੋਗੇ, ਇੱਕ ਵਾਰੀ ਤਾਂ 40 ਬੰਦੇ ਸਿਰਫ ਘੋੜ ਸਵਾਰ 40 ਬੰਦੇ ਕਾਬਲ ਕੰਧਾਰ ਤੋਂ ਲੱਗੇ, ਬੰਗਾਲ ਤੱਕ ਤੁਰ ਗਏ, ਕਿਸੇ ਨੇ ਰੋਕੇ। 35-40 ਬੰਦੇ ਬਾਹਰਲੇ ਡਾਕੂ ਧਾੜ ਵੀ ਆਏ, ਉਹਨਾਂ ਦੇ ਰੋਕੇ ਨਹੀਂ। ਗੁਰੂ ਸਾਹਿਬ ਨੇ ਜਦੋਂ ਖਾਲਸਾ ਸਾਜਤਾ, ਹਥਿਆਰਬੰਦ ਸਾਜਤਾ, ਔਰ ਉਸ ਵਕਤ ਹਮਲੇ ਫਿਰ ਕਿਹਦੇ ਹੋਏ? ਮੁਗਲ ਸਾਮਰਾਜ ਕਮਜ਼ੋਰ ਪੈ ਗਿਆ। ਕਈ ਵਾਰੀ ਕੀ ਕਰਦੇ ਆ, ਮੁਗਲਾਂ ਨੇ ਜੀ ਐਂ ਕਰਤਾ, ਮੁਗਲਾਂ ਨੇ ਨਹੀਂ ਕੀਤਾ, ਮੁਗਲਾਂ ਨੇ ਸਿਰਫ ਤੇ ਸਿਰਫ ਰਾਜ ਕੀਤਾ। ਬਾਬਰ ਬਾਦਸ਼ਾਹ ਤੋਂ ਲੈ ਕੇ ਬਹਾਦਰ ਸ਼ਾਹ ਦੂਸਰੇ ਤੱਕ ਰਾਜ ਕੀਤਾ। ਇੱਥੋਂ ਕੁਝ ਵੀ ਲੁੱਟ ਕੇ ਬਾਹਰ ਨਹੀਂ ਲੈ ਕੇ ਗਏ। ਅੱਛਾ, ਜਿਹੜੀ ਗੱਲ ਫਿਰ 12 ਵਜੇ 12 ਜਦੋਂ ਦੀ ਗੱਲ ਬਣਾਈ, ਸਿੱਖਾਂ ਦੇ ਹੱਥ ਤਲਵਾਰ ਆ ਗਈ। ਹੁਣ ਉਹ ਡਰਨੋਂ ਹਟ ਗਏ। ਆਮ ਪੰਜਾਬੀ ਵੀ ਆਜੋ, ਜਿਹੜਾ ਆਉਂਦਾ ਆਜੋ, ਆਮ ਪੰਜਾਬੀ ਨਹੀਂ, ਸਾਰਾ ਹਿੰਦੁਸਤਾਨ ਬਾਹਰਲੇ ਧਾੜਵੀ ਦੇ ਨਾਲ, ਬਾਹਰਲੇ ਧਾੜਵੀ ਦੇ ਮੂਹਰੇ ਮੁਕਾਬਲਾ ਨਹੀਂ ਕਰਦੇ ਸੀ, ਹੱਥ ਬੰਨ ਕੇ ਖੜ ਜਾਂਦੇ ਸੀ। ਭਾਵੇਂ ਜਿੱਡੇ ਮਰਜੀ ਕੋਈ ਆਪਣੇ ਆਪ ਨੂੰ ਭਾਵੇਂ ਰਾਜਪੂਤ ਕਹਿਣ, ਭਾਵੇਂ ਕਸ਼ਤਰੀ ਕਹਿਣ, ਭਾਵੇਂ ਆਪਣੇ ਆਪ ਕੋਈ ਬ੍ਰਾਹਮਣ ਕਹਿਣ, ਭਾਵੇਂ ਕੋਈ ਆਪਣੇ ਆਪ ਨੂੰ ਯਾਦਵ ਕਹਿਣ, ਸਾਰੇ ਹੱਥ ਬੰਨ ਕੇ ਖੜ ਜਾਂਦੇ ਸੀ। ਇਹਨਾਂ ਨੇ ਕਦੇ ਚਾਕੂ ਵੀ ਨਹੀਂ ਚੱਕਿਆ ਸੀ। ਜਿਹੜਾ ਬੰਦਾ ਆਪਣੇ 5 ਧੱਜਿਆਂ ਦੀ ਰਾਖੀ ਨਹੀਂ ਕਰਦਾ, ਉਹਨੂੰ ਕੀ ਕਹਾਂਗੇ? ਧਿਰਗ। ਇਹ ਧਿਰਗੀ ਲੋਕ ਸੀਗੇ, ਇਹ ਜਿਹੜੇ ਕਿਰਨ ਬੇਦੀ ਵਰਗਿਆਂ ਦੇ ਲੋਕ ਨੇ, ਜਿਹੜੇ ਇਹ ਰਾਜਸੱਤਾ ਦੇ ਨੇੜੇ ਰਹਿੰਦੇ ਅਯਾਸ਼ੀ ਲੋਕ ਸੀ। ਇਹਨਾਂ ਨੂੰ ਲੋਕਾਂ ਦੇ ਗਮਾਂ ਨਾਲ ਤੇ ਦੁੱਖਾਂ ਨਾਲ ਕੋਈ ਸੰਬੰਧ ਨਹੀਂ ਸੀ। ਹੁਣ ਆਪਾਂ ਗੱਲ ਕਰਦੇ ਹਾਂ 12 ਵਜੇ ਵਾਲੀ। ਇਸ ਵਕਤ ਮੁਗਲ ਖਾਨਦਾਨ ਜਿਹੜਾ ਰਾਜ ਖਤਮ ਹੋਣਾ ਸ਼ੁਰੂ ਹੋਇਆ, ਕਮਜ਼ੋਰ ਹੋਣਾ ਸ਼ੁਰੂ ਹੋ ਗਿਆ। ਸ਼ਾਹ ਆਲਮ ਸਾਨੀ ਦਾ ਵੇਲਾ ਆ ਗਿਆ ਤੇ ਨਾਦਰ ਸ਼ਾਹ ਹੋਰੀ ਤੇ ਅਹਿਮਦ ਸ਼ਾਹ ਅਬਦਾਲੀ ਹੋਰਾਂ ਨੇ ਹਮਲੇ ਕਰਨੇ ਸ਼ੁਰੂ ਕਰਤੇ। ਅਬਦਾਲੀ ਨੇ 7 ਹਮਲੇ ਕੀਤੇ ਜੀ। ਨਾਦਰ ਸ਼ਾਹ ਨੇ ਜਦੋਂ ਹਮਲੇ ਕੀਤੇ, ਸਾਰੀ ਦਿੱਲੀ ਦੇ ਉੱਤੇ ਕਬਜ਼ਾ ਕਰ ਲਿਆ ਤੇ ਬਹਿ ਗਏ। ਸ਼ਰਾਬ ਪੀਤੀ, ਕਿਰਪਾਨ ਕੱਢੀ, ਇੱਕ ਪਾਸੇ ਧਰ ਲਈ, ਕੰਨ ਥੱਲੇ ਬਾਂਹ ਦੇ ਲਈ ਤੇ ਸਾਰੇ ਮੁਗਲ ਦਰਬਾਰ ਦੀਆਂ ਔਰਤਾਂ ਨੂੰ ਕਿਹਾ ਵੀ ਨੱਚਣ ਲਾਓ ਏ। ਤੇ ਸਾਰੇ ਮੁਗਲ ਦਰਬਾਰ ਦੀਆਂ ਔਰਤਾਂ, ਭਾਵੇਂ ਕੋਈ ਬੇਗਮ ਸੀ, ਭਾਵੇਂ ਰਾਣੀ ਸੀ ਜਾਂ ਪਟਰਾਣੀ ਸੀ ਜਾਂ ਗੁਲਾਮ ਸੀ, ਨੌਕਰਾਣੀ ਸੀ, ਸਭ ਨੱਚੀ ਗਈਆਂ। ਸਾਰੀ ਰਾਤ ਨੱਚੀ ਗਈਆਂ।
ਤੜਕੇ ਤੱਕ ਕੋਈ ਬੰਦ ਨਹੀਂ ਹੋਈਆਂ। ਉਹ ਬੜਾ ਹੈਰਾਨ, ਤੜਕੇ ਉੱਠਿਆ, ਉਹਨੇ ਕਿਹਾ ਵੀ ਐਡਾ ਬੁਰਾ ਹਾਲ। ਫਿਰ ਉਹਨੇ ਇੱਕ ਸ਼ਬਦ ਕਹੇ, ਤੁਸੀਂ ਕਮਾਲ ਮੰਨੋਗੇ ਨਾ ਲੋਕਾਂ ਤੇ, अदा मसनद पे सो जाने का महज एक बहाना था। भी ਕੰਨ ਥੱਲੇ ਬਾਂਹ ਧਰ ਕੇ ਸੌਣ ਦਾ ਤਾਂ ਮੈਂ ਬਹਾਨਾ ਹੀ ਸੀ। ਦੇਖਣਾ ਕਿ ਘਰ ਕੋਈ ਵੀ ਇਹ ਦੇਖਣ ਲਈ ਕਿ ਕੋਈ ਵੀ ਮੇਰਾ ਸੀਸ ਕਾਟ ਡਾਲੇ ਮੇਰੇ ਹੀ ਖੰਜਰ ਸੇ, ਵੀ ਕੋਈ ਇਹਨਾਂ ਚ ਹੈ ਜਿਹੜਾ ਮੇਰੇ ਖੰਜਰ ਨਾਲ ਮੇਰਾ ਸਿਰ ਵੜ ਦੇ। अगली गल कही भी मगर ऐसा हो ना सका, क्यों कि था गैरत नाम जिसका गई तैमूर के घर से। ਜਿਹਦਾ ਨਾ ਗੈਰਤ ਸੀ ਉਹ ਤੈਮੂਰ ਦੇ ਘਰ ਤੋਂ ਗਈ, ਕਿਉਂਕਿ ਬਾਬਰ ਬਾਦਸ਼ਾਹ ਦਾ ਖਾਨਦਾਨ ਇੱਕ ਪਾਸੇ ਤੈਮੂਰ ਲੰਗ ਦੇ ਨਾਲ ਜੁੜਦਾ ਸੀ, ਦੂਜੇ ਪਾਸੇ ਚੰਗੇਜ਼ ਖਾਨ ਨਾਲ ਜੁੜਦਾ ਸੀ ਤੇ ਉਹ ਆਪਣੇ ਵੇਲੇ ਦੇ ਬਹੁਤ ਵੱਡੇ ਜੇਤੂ ਸੀ। ਤੈਮੂਰ ਲੰਗ ਨੇ ਜਦੋਂ ਆਪਣੇ ਤੇ ਹਮਲਾ ਕੀਤਾ ਤੇ ਦਿੱਲੀ 'ਚ 1 ਲੱਖ ਬੰਦਾ ਮਾਰਿਆ ਸੀ। 1 ਲੱਖ ਬੰਦਾ, ਵੇਖ ਲਓ, ਹਿਸਾਬ ਲਾ ਲਓ ਉਸ ਵਕਤ ਦਿੱਲੀ ਦੀ। ਜਦੋਂ ਆਪਾਂ ਆਜ਼ਾਦ ਹੋਏ ਹਾਂ 1947 'ਚ ਦਿੱਲੀ ਦੀ ਆਬਾਦੀ 6 ਲੱਖ ਸੀ, ਲਾਹੌਰ ਦੀ ਆਬਾਦੀ 14 ਲੱਖ ਸੀ ਤੇ 6 ਲੱਖ ਦੀ ਆਬਾਦੀ ਉਦੋਂ ਪਿੱਛੇ ਲੈ ਜਾਓ ਨਾਦਰ ਸ਼ਾਹ ਵਾਲੀ, ਤੇ ਉੱਥੇ 1 ਲੱਖ ਬੰਦਾ ਮਰਦਾ ਹੈ ਤੇ ਕੀ ਹਾਲ ਸੀ। ਕਿੱਡੇ ਨਿਕੰਮੇ ਬੰਦੇ ਸੀ ਭਾਰਤ ਦੇ ਉਸ ਵਕਤ, ਰਾਜ ਕਰਦਾ ਸ਼੍ਰੇਣੀ ਕਿੱਡੀ ਨਿਕੰਮੀ ਸੀ। ਫਿਰ ਇਸ ਵਕਤ ਗੁਰੂ ਦੇ ਸਿੱਖ ਜਿਹੜੇ ਮੈਦਾਨ 'ਚ ਆਏ, ਉਹ ਇਹਨਾਂ ਨੂੰ ਰੋਕਣ ਲੱਗੇ। ਇਹ ਇਹਨਾਂ ਦੀਆਂ ਜਨਾਨੀਆਂ ਤੇ ਧਨ ਦੌਲਤ ਲੈ ਜਾਂਦੇ। ਉਹ ਅਯਾਸ਼ੀ ਸੀ, ਰਾਤ ਨੂੰ ਵੱਡੇ ਵੱਡੇ ਕੈਂਪ ਲੱਗਦੇ, ਕੈਂਪਾਂ 'ਚ ਅਯਾਸ਼ੀ ਕਰਦੇ, ਸ਼ਰਾਬਾਂ ਪੀਂਦੇ। ਸਿੱਖ ਥੋੜੇ ਸੀ, ਸਾਰੇ ਹਿੰਦੁਸਤਾਨ ਦੀ ਆਬਾਦੀ ਦਾ 2% ਵੀ ਨਹੀਂ ਸੀ। ਸਾਰੇ ਹਿੰਦੁਸਤਾਨ 'ਚ ਅੱਜ ਵੀ ਨਹੀਂ 2%, ਅੱਜ ਵੀ 1.97 ਹੈ, 1.9। ਉਹਨਾਂ ਵੇਲੇ ਤਾਂ ਹਿਸਾਬ ਲਾਓ ਵੀ ਕਿੱਥੇ ਜਾਂਦੀ ਹੈ ਗੱਲ। ਉਹ ਸਿੱਖ ਕੀ ਕਰਦੇ ਸੀ ਵੀ ਜਦੋਂ ਉਹ ਅਯਾਸ਼ੀ ਕਰਦੇ, ਤੇ ਜਿਹੜਾ ਬੰਦਾ ਅਯਾਸ਼ੀ ਕਰਦਾ ਹੁੰਦਾ, ਸ਼ਰਾਬ ਪੀਂਦਾ ਹੁੰਦਾ, ਉਹ 12-1 ਵਜੇ ਦੇ ਕਰੀਬ ਫਿਰ ਡਿੱਗਦਾ ਆਪਦਾ, ਥੱਕ ਕੇ ਹਾਰ ਕੇ ਅਯਾਸ਼ੀ ਕਰਕੇ। ਤੇ ਜਦੋਂ ਥੱਕ ਹਾਰ ਕੇ ਡਿੱਗਦੇ, ਉਹਨਾਂ ਦੇ ਕੈਂਪ ਦੇ ਉੱਤੇ ਸਿੰਘ ਹਮਲਾ ਕਰ ਦਿੰਦੇ। ਨਾਲੇ ਤਾਂ ਵੜਦੇ ਉਹਨਾਂ ਦਾ ਸਿਰ, ਨਾਲੇ ਜਿਹੜੀਆਂ ਜਨਾਨੀਆਂ 20-30 ਹਜ਼ਾਰ ਉਹ ਲੈ ਕੇ ਜਾਂਦੇ ਤੇ ਧੱਕੇ ਨਾਲ, ਉਹ ਛਡਾ ਕੇ ਲਿਆਉਂਦੇ ਤੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਬਾਇਜ਼ਤ ਦੇ ਕੇ ਆਉਂਦੇ। ਤੇ ਇਹ ਗੱਲ ਮੁਗਲਾਂ ਦੇ ਵਿੱਚ ਨਹੀਂ, ਨਾਦਰ ਸ਼ਾਹ ਅਬਦਾਲੀ ਤੇ ਅਹਿਮਦ ਸ਼ਾਹ ਵਰਗਿਆਂ ਦੇ, ਦੁਰਾਨੀ ਵਰਗਿਆਂ ਦੇ ਮੂੰਹ ਤੇ ਚੜ ਗਈ ਵੀ ਬਈ 12 ਵਜ ਗਏ, ਸਿੱਖਾਂ ਦੇ 12 ਵਜ ਗਏ ਵੀ ਆਏ ਲਓ। ਤੇ ਰਾਤ ਨੂੰ ਇਹ ਢਾਉਂਦੇ ਸੀ। ਇਹ ਸੀ ਤਾਂ ਸਿੱਖਾਂ ਦੇ 12 ਵਜ ਗਏ ਇਸ ਤਰ੍ਹਾਂ ਆਉਣਾ। ਹਿੰਦੁਸਤਾਨ ਦੇ ਵਿੱਚ ਜਿਹੜੇ ਵਿਹਲੜ ਲੋਕ ਨੇ, ਜਿਨ੍ਹਾਂ ਨੇ ਜ਼ਿੰਦਗੀ 'ਚ ਕਦੇ ਕੰਮ ਨਹੀਂ ਕੀਤਾ, ਜਿਹੜੇ ਦੂਜਿਆਂ ਦੇ ਗੁਣਾਂ ਦਾ ਗੁਣ ਨਹੀਂ ਮੰਨਦੇ, ਇਹਨਾਂ ਨੇ ਟੀਚਰ ਬਣਾ ਲਈ। ਕੋਈ ਗੱਲ ਹੋਵੇ ਆਖੜੀ ਜਿਹੜੇ ਸਰਦਾਰ ਦੇ 12 ਵਜ ਗਏ ਜੀ, ਵੀ ਤੇਰੇ 12 ਤੇਰਾ 1 ਕਦੋਂ ਵੱਜੂਗਾ ਜੀ, ਜਾਂ ਤੇਰੇ 10 ਕਦੋਂ ਦੇ ਵੱਜੇ ਹੋਏ ਨੇ। ਜਿਹੜਾ ਵੀ ਤੇਰੇ ਵੱਜਿਆ ਉਹਦੇ ਵਿੱਚ ਤੂੰ ਕੀਤਾ ਕੀ ਹੈ? ਹਿੰਦੁਸਤਾਨ ਦੀ ਇੱਜ਼ਤ ਦੀ ਰਾਖੀ ਕੀਤੀ ਹੈ, ਆਜ਼ਾਦੀ ਦੀ ਰਾਖੀ ਕੀਤੀ ਹੈ, ਇਨਸਾਨੀਅਤ ਦੀ ਰਾਖੀ ਕੀਤੀ ਹੈ ਕਿ ਜਿਸਮ ਫਰੋਸ਼ੀ ਕੀਤੀ ਹੈ? ਸਰਫਰੋਸ਼ ਤਾਂ ਕਰ ਨਹੀਂ ਸਕਦੇ ਲੋਕ, ਫਿਰ ਜਿਸਮ ਫਰੋਸ਼ੀ ਕਰ ਸਕਦੇ ਆ। ਤੇ ਹੁਣ ਟਿਚਣਾ ਕਰਦੇ ਨੇ, ਤੇ ਹੁਣ ਟਿਚਣਾ ਕਰਦੇ ਆ। ਇਹੋ ਜਿਹੀਆਂ ਸਿਰਮੁਨੀਆਂ ਨਾ ਜੀ, ਇਹੋ ਜਿਹੀਆਂ ਬਕਵਾਸ ਕਰਨਾ ਬੰਦ ਕਰਨ। ਜੇ ਇਹਨਾਂ ਨੂੰ ਜ਼ਿਆਦਾ ਗਿਆਨ ਹੈ ਤੇ ਕਿਸੇ ਦਿਨ ਬਹਿਸ ਕਰਨ, ਇਹ ਡਿਬੇਟ ਕਰਨ ਤੇ ਇਹਨਾਂ ਨੂੰ ਦੱਸਿਆ ਜਾਵੇ ਇਤਿਹਾਸ ਕੀ ਹੈ ਤੇ ਇਤਿਹਾਸ ਵਿੱਚ ਤੁਹਾਡਾ ਰੋਲ ਕੀ ਹੈ ਤੇ ਸਿੱਖਾਂ ਦਾ ਰੋਲ ਕੀ ਹੈ, ਇਹਨਾਂ ਨੂੰ ਪਤਾ ਲੱਗੇ। ਬਿਲਕੁਲ, ਬਹੁਤ ਧੰਨਵਾਦ ਬਾਪੂ ਬਲਕੌਰ ਸਿੰਘ ਜੀ। ਤਾਂ ਜਿਹੜੇ ਕਹਿੰਦੇ ਨੇ ਕਿ ਸਿੱਖਾਂ ਦੇ 12 ਵੱਜ ਗਏ, ਉਹਨਾਂ ਨੂੰ ਇਹ ਗੱਲ ਜਿਹੜੀ ਆ ਉਹ ਦੂਰ ਤੱਕ ਜਾਣੀ ਚਾਹੀਦੀ ਹੈ ਵੀ ਸਿੱਖਾਂ ਦੇ 12 ਅਕਸਰ ਵੱਜਦੇ ਕਦੋਂ ਸੀਗੇ। ਤੇ ਤੁਸੀਂ ਵੀ ਜ਼ਰੂਰ ਸੋਚੋ। ਫਿਲਹਾਲ ਇਸ ਪੇਸ਼ਕਸ਼ 'ਚ ਨਹੀਂ, ਸਾਨੂੰ ਦਿਓ ਇਜਾਜ਼ਤ। ਧੰਨਵਾਦ।